न्यूज़ 18 को चुना। ਜੇ ਆਪਾਂ ਗੱਲ ਕਰੀਏ ਚੱਕਾ ਜਾਮ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਟਾਈਮ ਹੈ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਅਸੀਂ ਖੜੇ ਆ ਸ਼ੰਭੂ ਬੈਰੀਅਰ ਤੇ ਸ਼ੰਭੂ ਬੈਰੀਅਰ ਸਭ ਤੋਂ ਜ਼ਿਆਦਾ ਜਿਹੜਾ ਇਕੱਠ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਕਿਸਾਨ ਜਥੇਬੰਦੀ ਹੈ ਹੋਰ ਜਿਹੜੇ ਯੂਥ ਹੈ ਉਹ ਇੱਥੇ ਪਹੁੰਚੇ ਨੇ ਤੇ ਲਗਾਤਾਰ ਜਿਹੜਾ ਉਹਨਾਂ ਦਾ ਸੰਘਰਸ਼ ਹੈ ਉਹ ਜਾਰੀ ਹੈ। ਲੇਕਿਨ ਜਿਹੜਾ ਐਕਸ਼ਨ ਪਲਾਨ ਜਿਹੜੇ ਉੱਥੇ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਵਿੱਚ ਐਕਸ਼ਨ ਪਲਾਨ ਸੀਗਾ ਕਿ ਚੱਕਾ ਜਾਮ ਜਿਹੜਾ 12 ਵਜੇ ਤੋਂ ਲੈ ਕੇ 3 ਵਜੇ तक किया जाएगा, लेकिन पूरे शांतिमय तरीके नाल ये चक्का जाम जिहड़ा किया जाएगा। किसी भी तरह का कोई वायलेंस या किसी भी तरह का कोई भी जिहड़ा हैगा हुल्लड़बाजी वो नहीं की जाएगी। ਉਹਦਾ असर जरूर देखने ਨੂੰ मिल रहा है। ਚੱਕਾ ਜਾਮ ਜਿਹੜਾ ਹੋ ਚੱਲਿਆ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੂਰਾ ਜਿਹੜਾ ਰੋਡ ਜਾਮ ਹੈ। ਕਿਸਾਨ ਜਥੇਬੰਦੀ ਜਿਹੜੇ ਹੋਰ ਕਾਫੀ ਜਿਹੜੇ ਸੈਂਕੜਿਆਂ ਦੀ ਸੰਖਿਆ 'ਚ ਇੱਥੇ ਪਹੁੰਚੇ ਨੇ ਤੇ ਸ਼ਾਂਤੀਮਈ ਤਰੀਕੇ ਨਾਲ ਜਿਹੜਾ ਇਹ ਪ੍ਰੋਟੈਸਟ ਹੈ ਜਿਹੜਾ ਚੱਕਾ ਜਾਮ ਹੈ ਉਹ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਫ਼ ਤੌਰ 'ਤੇ ਪਹਿਲਾਂ ਹੀ ਜਿਹੜਾ ਹੈਗੀ ਗੱਲ ਕੀਤੀ ਗਈ ਸੀ ਜਿਹੜੇ ਵੀ ਐਮਰਜੈਂਸੀ ਵਹੀਕਲਸ ਨੇ ਜਿਹੜੇ ਆਰਮੀ ਦੇ ਜਿਹੜੇ ਵਹੀਕਲਸ ਨੇ ਉਹਨਾਂ ਨੂੰ ਰਸਤਾ ਦਿੱਤਾ ਜਾਊਗਾ, ਉਹਨਾਂ ਨੂੰ ਰੋਕਿਆ ਨਹੀਂ ਜਾਏਗਾ। ਦੂਜਾ ਜੇ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਜਿਹੜਾ ਇਹਨਾਂ ਦੀ ਡਿਮਾਂਡਸ ਚੱਲ ਰਹੀ ਹੈ ਉਹਨਾਂ ਨੂੰ ਵੇਖਦੇ ਹੋਏ ਜਿਹੜਾ ਵੀ ਐਕਸ਼ਨ ਪਲਾਨ ਹੋਏਗਾ ਉਹਦੇ ਕਰਕੇ ਜਿਹੜੇ ਪੂਰੇ ਪੰਜਾਬ 'ਚ ਆਪਾਂ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਹਾਲਾਂਕਿ ਅੱਜ ਜਿਹੜੀ ਕਾਲ ਸੀਗੀ ਪੂਰੇ ਦੇਸ਼ ਦੀ ਕਾਲ ਸੀਗੀ ਤੇ ਉਹਦਾ ਜਿਹੜਾ ਅਸਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਆਪਾਂ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਜਿਹੜਾ ਅਸਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਜਿਹੜੀ ਵੀ ਕਨੈਕਟੀਵਿਟੀ ਹੈ ਸ਼ੰਭੂ ਬੈਰੀਅਰ ਇਸ ਕਰਕੇ ਮੇਨ ਹੋ ਜਾਂਦਾ ਹੈ ਬੁੱਲਰ ਕਿਉਂਕਿ ਜਿਹੜੀ ਵੀ ਪੰਜਾਬ ਤੋਂ ਹਰਿਆਣਾ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਇੱਥੇ ਜੁੜਦੀ ਹੈ ਤਾਂ ਕਿਤੇ ਨਾ ਕਿਤੇ ਇਹ ਵੱਡਾ ਜਿਹੜਾ ਕਨੈਕਟਿਵ ਪਲੇਸ ਹੈ ਜਿਹਦੇ ਕਰਕੇ ਜਿਹੜੇ ਇੱਥੇ ਕਾਫੀ ਇਕੱਠ ਵੀ ਹੋਇਆ ਹੈ ਲੋਕਾਂ ਦਾ ਜਾਂ ਫਿਰ ਜਿਹੜੇ ਕਿਸਾਨ ਜਥੇਬੰਦੀ ਹੈ ਇਕੱਠ ਹੋਇਆ ਹੈ ਤੇ ਇੱਕ ਜਿਹੜੀ ਹੈਗੀ ਇਕੱਠ ਹੋ ਕੇ ਇੱਥੇ ਬੈਠੇ ਨੇ ਸਾਰੇ ਆਏ ਨੇ। ਇੱਥੇ ਰੈਲੀ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਜਿਹੜੇ ਟਰੈਕਟਰ ਟਰਾਲੀ ਲੈ ਕੇ ਬੈਰੀਕੇਡ ਕਰਨ ਤੋਂ ਬਾਅਦ ਜਿਹੜਾ ਇੱਥੇ ਟੋਲ ਪਲਾਜ਼ਾ ਅਸੀਂ ਪਹਿਲਾਂ ਅਜ਼ੀਜ਼ਪੁਰ ਵੀ ਦਿਖਾਇਆ ਸੀਗਾ। ਅਜ਼ੀਜ਼ਪੁਰ ਵੀ ਕਾਫੀ ਜਿਹੜਾ ਇਕੱਠ ਹੈ ਕਿਸਾਨ ਜਥੇਬੰਦੀਆਂ ਦਾ ਉਹ ਵੇਖਣ ਨੂੰ ਮਿਲਿਆ। ਉੱਥੇ ਵੀ ਇਕੱਠ ਜਿਹੜਾ ਹੈ ਪੂਰਾ ਜਿਹੜਾ ਚੱਕਾ ਜਾਮ ਕੀਤਾ ਗਿਆ ਲੇਕਿਨ ਸ਼ਾਂਤੀਮਈ ਤਰੀਕੇ ਨਾਲ ਜਿਹੜਾ ਹੈ ਉਹ ਸਾਰਾ ਪ੍ਰੋਟੈਸਟ ਕੀਤਾ ਜਾ ਰਿਹਾ। ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੁੱਲੜਬਾਜੀ ਦੀ ਜਾਂ ਵਾਇਲੈਂਸ ਦੀ ਖਬਰ ਨਹੀਂ ਸਾਹਮਣੇ ਆਈ। ਲੇਕਿਨ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ ਦਿੱਲੀ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਜਿਹੜੇ ਕਿਸਾਨੀ ਆਗੂ ਹੈ ਉਹਨਾਂ ਦੀ ਜਿਹੜੀ ਮੀਟਿੰਗ ਲਗਾਤਾਰ ਜਾਰੀ ਹੈ ਲੇਕਿਨ ਦੂਜੇ ਪਾਸੇ ਜਿਹੜਾ ਵੀ ਐਕਸ਼ਨ ਪਲਾਨ ਹੁੰਦਾ ਹੈ ਕਿਸਾਨ ਜਥੇਬੰਦੀਆਂ ਦਾ ਜਿਹੜਾ ਵੀ ਐਕਸ਼ਨ ਪਲਾਨ ਹੁੰਦਾ ਹੈ ਉਹਨੂੰ ਜਿਹੜਾ ਹੈਗਾ ਕੋਈ ਵੀ ਜਿਹੜਾ ਚੱਕਾ ਜਾਮ ਦੀ ਗੱਲ ਕਰੀਏ ਹੋਰ ਜਿਹੜੀ ਰਣਨੀਤੀ ਜਿਹੜੀ ਹੈ ਤਿਆਰ ਕੀਤੀ ਜਾਊਗੀ ਅੱਗੇ ਆਉਣ ਵਾਲੇ ਸਮੇਂ 'ਚ ਉਹ ਸਾਰਾ ਜਿਹੜਾ ਹੈ ਪ੍ਰੋਟੈਸਟ ਕੀਤਾ ਜਾਊਗਾ। ਇਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਸਾਡੀ ਤੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜਿਹੜਾ ਵੀ ਐਕਸ਼ਨ ਪਲਾਨ ਉਹਨਾਂ ਨੂੰ ਦੱਸਿਆ ਜਾਏਗਾ ਕਿਸਾਨ ਜਥੇਬੰਦੀਆਂ ਨੂੰ ਉਹ ਉੱਥੇ ਲਾਗੂ ਕਰਨਗੇ, ਚੱਕਾ ਜਾਮ ਕਰਨਗੇ ਜਾਂ ਫਿਰ ਹੋਰ ਜਿਹੜੀ ਪ੍ਰੋਟੈਸਟ ਕਰਨ ਦਾ ਜਿਹੜਾ ਵੱਖ-ਵੱਖ ਜਿਹੜਾ ਤਰੀਕਾ ਹੈ ਲੇਕਿਨ शांतिमय तरीके नाल जिस तरह दिल्ली च भी इस तरह का शांतिमय तरीके नाल उन्होंने प्रोटेस्ट चल रहा है। ਸਿੰਘੂ बॉर्डर की आपां गल करिए लगातार ग्राउंड जीरो ते साडे जिहड़े साथी ने वो लगातार दिखा रहे ने। टिकरी बॉर्डर की आपां गल करिए गाजीपुर बॉर्डर की गल करिए लगातार जिहड़ा प्रोटेस्ट है वो जारी है। जिहड़े भी कानून रद्द करने की मांग की जा रही है उहदे करके जिहड़ी भी रणनीति है जिहड़ी भी प्रैस कॉन्फ्रेंस जिहड़ी भी मीटिंग लगातार जिहड़ी हो रही है राजेवाल जे आपां गल करिए जिहड़ा उस दिन अनाउंस किया सीगा ਅਸੀਂ ਲਗਾਤਾਰ ਕਵਰ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੇ ਅਸੀਂ ਕਵਰ ਕਰ ਰਹੇ ਹਾਂ ਤੇ ਇਹ ਸਾਹਮਣੇ ਗੱਲ ਆ ਰਹੀ ਹੈ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਜਦ ਤੱਕ ਉਹਨਾਂ ਦਾ ਜਿਹੜਾ ਪ੍ਰੋਟੈਸਟ ਹੈ ਜਿਹੜਾ ਐਜੀਟੇਸ਼ਨ ਹੈ ਉਹ ਜਾਰੀ ਰਹਿਣ ਵਾਲਾ ਤੇ ਹੁਣ ਅਸੀਂ ਸ਼ੰਭੂ ਬੈਰੀਅਰ ਤੇ ਪਹੁੰਚੇ ਹਾਂ। ਠੀਕ ਹੈ ਰਾਠੀ ਤੁਸੀਂ ਲਗਾਤਾਰ ਬਣੇ ਰਹੋ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਇੰਤਜ਼ਾਮ ਨੇ। ਰਾਠੀ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਸੁਰੱਖਿਆ ਦੇ ਕਿਸ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਸ਼ੰਭੂ ਬਾਰਡਰ ਅਹਿਮ ਬਾਰਡਰ ਹੈ ਦੋਨੇ ਸਟੇਟਾਂ ਦੇ ਵਿਚਾਲੇ। ਪੰਜਾਬ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਹੋਰ ਸਹਿਯੋਗੀ ਸੁਖਜਿੰਦਰ ਵੀ ਜੁੜੇ ਹੋਏ ਨੇ ਪਠਾਨਕੋਟ ਤੋਂ ਔਰ ਜਸਵੀਰ ਬਰਾੜ ਲੁਧਿਆਣੇ ਤੋਂ। ਸਿੱਧਾ ਰੁਕ ਕਰਦੇ ਹਾਂ ਜਸਵੀਰ ਤਾਂ ਕਰੀਬ ਹੁਣ 2.5 ਘੰਟੇ ਹੋ ਚੁੱਕੇ ਨੇ ਇਸ ਭਾਰਤ ਬੰਦ ਨੂੰ ਔਰ ਬਹੁਤ ਥੋੜਾ ਸਮਾਂ ਰਿਹਾ ਕਿਉਂਕਿ 3 ਵਜੇ ਇਹਦੀ ਸਮਾਪਤੀ ਹੋ ਜਾਣੀ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਔਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਲੁਧਿਆਣਾ ਦੇ ਵਿੱਚ? जसवीर की तुसी मेरी आवाज सुन पा रहे हो? जसवीर ही बोला ਤਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸ਼ਹਿਰ ਹਰ ਚੱਪੇ ਦੀ ਖਬਰ ਕਿਸ ਤਰੀਕੇ ਦੇ ਨਾਲ ਇਸ ਭਾਰਤ ਬੰਦ ਦਾ ਹੁਣ ਅਸਰ ਦਿਖਣਾ ਵੀ ਸ਼ੁਰੂ ਹੋ ਗਿਆ। ਲੰਬੀਆਂ ਕਤਾਰਾਂ ਲੱਗੀਆਂ ਨੇ, ਰਫ਼ਤਾਰ ਦੇ ਉੱਪਰ ਬ੍ਰੇਕ ਲੱਗੀ ਹੋਈ ਲਗਾਤਾਰ ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਬਣੇ ਹੋਏ ਨੇ। ਪਲ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਨਿਊਜ਼ 18 ਪੰਜਾਬ ਤੇ ਦੇ ਰਹੇ ਹਾਂ। ਸਾਡੇ ਸਹਿਯੋਗੀ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ ਜੁੜ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਖਜਿੰਦਰ ਤਾਂ ਜਿਸ ਤਰੀਕੇ ਨਾਲ ਦੇਖਿਆ ਕਿ ਹੁਣ ਸਾਰੇ ਪਾਸੇ ਹੀ ਅਸਰ ਦਿਖ ਰਿਹਾ, ਰਫ਼ਤਾਰ ਦੇ ਉੱਪਰ ਵੀ ਬ੍ਰੇਕ ਲੱਗ ਗਈ ਆ ਪਠਾਨਕੋਟ ਦੇ ਵਿੱਚ ਕਿਉਂਕਿ ਬਾਰਡਰ ਦੇ ਉੱਪਰ ਪੈਂਦਾ ਬਾਰਡਰ ਏਰੀਆ, ਕਿਸ ਤਰੀਕੇ ਦੇ ਹਾਲਾਤ ਨੇ?
जी बिल्कुल, मैं दसना चाहांगा, मेरे पिछे तुसीं तस्वीरां देख सकते हो कि वाहनां दीयां लाइनां जिहड़ियां ओह काफ़ी लंबियां लगियां होईयां ने ते नाल दी नाल किसान जिहड़े ने ओह पूरा संघर्ष कर रहे ने। वड्डी गिनती दे विच किसान जिहड़े इत्थे मौजूद ने। किसानां वल्लों जिहड़ा आ मुजाहरे कीते जा रहे ने और सरकारां नूं जिहड़ा आ धक्कारिया जा रहा। बार बार यही गल कही जा रही है कि जिहड़े ये 3 खेती कानून बनाए गए ने किसान विरोधी ने, इस दे नाल जिहड़ा किसानी दा भविख आउण वाला जिहड़ा ओह हनेरे दे विच जाएगा। इस करके इन्हां कानूनां नूं जिहड़ा ओह रद्द कीता जाए। लगातार आगुआं वल्लों स्टेजां तो सुनेहा देने की कोशिश की जा रही है और सरकार नूं चेताया जा रहा है कि उन्हां दे नाल जिहड़ियां हुण तक बैठकां कीतीआं गईआं ने ओह बेसिटा रहीआं ने ते सरकार नूं किते ना किते चाहीदा है कि इन्हां कानूनां नूं रद्द करे, क्योंकि कौमांतरी पद्धर ते हुण जिहड़ा है इन्हां कानूनां दा विरोध होना शुरू हो गया। जी बुलर बिल्कुल बिल्कुल। तो तस्वीरां तुसीं दिखाउंदे रहो सुखजिंदर, जिस तरीके दे नाल हलचल हो रही है, क्योंकि एमरजेंसी सेवावां असीं बार बार कह रहे हैं कि एमरजेंसी सेवावां पहलां ही बहाल कीतीआं गईआं ने। किसानां ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਸੀ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਚੱਕਾ ਜਾਮ ਹੋਏਗਾ ਔਰ ਦੇਸ਼ ਵਿਆਪੀ ਚੱਕੇ ਜਾਮ ਦੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ। ਤਾਂ 3 ਵੀ ਵੱਜਣ ਵਾਲੇ, ਥੋੜਾ ਹੀ ਸਮਾਂ ਰਹਿ ਚੁੱਕਿਆ, ਪਰ ਬਾਵਜੂਦ ਇਸ ਦੇ ਅਸਰ ਇਸ ਦਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਨੇ। ਜਿਹੜੀਆਂ ਗੱਡੀਆਂ ਦੀ ਗੱਲ ਕਰੀਏ, ਕਾਰਾਂ ਦੀ, ਟਰੱਕਾਂ ਦੀ, ਜਿਨ੍ਹਾਂ ਨੂੰ ਇਸ ਭਾਰਤ ਬੰਦ ਦਾ ਨਹੀਂ ਪਤਾ ਸੀ, ਉਹ ਹੁਣ ਉੱਥੇ ਰੁਕੇ ਹੋਏ ਨੇ ਲਗਾਤਾਰ ਬੈਰੀਕੇਡਾਂ ਦੇ ਉੱਪਰ। ਪਰ ਐਮਰਜੈਂਸੀ ਸਹੂਲਤ, ਐਂਬੂਲੈਂਸ ਵਗੈਰਾ, ਉਹਨਾਂ ਸਾਰਿਆਂ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਰੋਕ ਨਹੀਂ। ਉਸੇ ਤਰੀਕੇ ਦੇ ਨਾਲ ਐਮਰਜੈਂਸੀ ਸੇਵਾਵਾਂ ਬਹਾਲ ਨੇ। ਤਾਂ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ। ਇੱਕ ਵਾਰ ਫਿਰ ਤੋਂ ਚੱਲਦੇ ਹਾਂ ਸ਼ੰਭੂ ਬੈਰੀਅਰ ਤੇ, ਜਿੱਥੇ ਸਾਡੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਜੁੜੇ ਹੋਏ ਨੇ। ਮਨੋਜ, ਤਾਂ ਸ਼ੰਭੂ ਬੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ? ਤਾਂ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਚੱਕੇ ਜਾਮ ਦੀ ਕਾਲ ਨੂੰ ਹੁਣ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਥਾਂ ਥਾਂ ਸ਼ਹਿਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਸੀਲ ਕਰ ਦਿੱਤਾ ਗਿਆ। ਕਿਤੇ ਨਾ ਕਿਤੇ ਰੋਡ ਬਲੌਕੇਜ, ਸਾਰੇ ਹੀ ਜਿੰਨੇ ਵੀ ਹਾਈਵੇਜ਼ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਵੱਖ-ਵੱਖ 9 ਤਸਵੀਰਾਂ ਤੁਹਾਨੂੰ ਦਿਖਾ ਰਹੇ ਟੀਵੀ ਸਕਰੀਨ ਦੇ ਉੱਪਰ। ਪਹਿਲੀ ਲੁਧਿਆਣਾ ਦੀ ਤਸਵੀਰ ਹੈ, ਦੂਸਰੀ ਅੰਮ੍ਰਿਤਸਰ ਦੇ ਵਿੱਚ, ਬਠਿੰਡਾ, ਪਟਿਆਲਾ, ਫਿਰ ਸ਼ੰਭੂ ਬਾਰਡਰ, ਉਸ ਤੋਂ ਬਾਅਦ ਜਲੰਧਰ, ਖੰਨਾ ਸ਼ਹਿਰ, ਮੋਗਾ, ਸੰਗਰੂਰ। ਤਾਂ 9 ਤਸਵੀਰਾਂ ਤੁਹਾਨੂੰ ਵੱਖ-ਵੱਖ ਸ਼ਹਿਰਾਂ ਦੇ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਕਿਸਾਨ ਸੜਕਾਂ ਦੇ ਉੱਪਰ ਉਤਰੇ ਹੋਏ ਨੇ, ਬੈਰੀਕੇਡਸ ਲਗਾਏ ਹੋਏ ਨੇ, ਕਿਸੇ ਵੀ ਗੱਡੀ ਨੂੰ ਅੱਗੇ ਆਉਣ ਜਾਣ ਨਹੀਂ ਦਿੱਤਾ ਜਾਂਦਾ। ਸ਼ਹਿਰ ਮੁਕੰਮਲ ਬੰਦ ਕੀਤੇ ਗਏ ਨੇ, ਪਰ ਐਮਰਜੈਂਸੀ ਸੇਵਾਵਾਂ ਲਗਾਤਾਰ ਜਾਰੀ ਨੇ। ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਭਾਰਤ ਬੰਦ ਦੀ ਕਾਲ ਆ ਉਸ ਨੂੰ ਸਮਰਥਨ ਕਰ ਰਹੇ ਨੇ ਕਿਸਾਨ, ਔਰ ਸ਼ਾਂਤਮਈ ਢੰਗ ਦੇ ਨਾਲ ਸੜਕਾਂ ਨੂੰ ਬੰਦ ਕੀਤਾ ਗਿਆ, ਬਲੌਕ ਕੀਤਾ ਗਿਆ। ਪਰ ਐਮਰਜੈਂਸੀ ਦੇ ਵਿੱਚ ਕੋਈ ਵੀ ਮਰੀਜ਼ ਆਉਂਦਾ, ਕੋਈ ਐਂਬੂਲੈਂਸ ਆਉਂਦਾ ਤਾਂ ਉਸ ਨੂੰ ਆਸਾਨੀ ਦੇ ਨਾਲ ਰਸਤਾ ਵੀ ਦਿੱਤਾ ਜਾ ਰਿਹਾ ਹੈ। ਔਰ ਤਿੰਨੇ ਖੇਤੀ ਕਾਨੂੰਨਾਂ ਦੇ ਬਿੱਲਾਂ ਦੇ ਰੋਸ ਦੇ ਵਜੋਂ ਜਿਹੜਾ ਭਾਰਤ ਬੰਦ ਦੀ ਕਾਲ ਸੀ ਉਸ ਦਾ ਅਸਰ ਦਿਖ ਰਿਹਾ ਟੀਵੀ ਸਕਰੀਨ ਦੇ ਉੱਪਰ। ਤੁਹਾਨੂੰ ਵੱਖ-ਵੱਖ ਸ਼ਹਿਰਾਂ ਦੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਹਰਿਆਣਾ ਦੇ ਵਿੱਚ, ਇੱਥੋਂ ਤੱਕ ਕਿ ਦਿੱਲੀ ਦੇ ਵਿੱਚ, ਜਿੱਥੇ ਕਿ ਚੱਕਾ ਜਾਮ ਨਹੀਂ ਆ, ਪਰ ਦਿੱਲੀ ਦੇ ਵਿੱਚ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਜੇਕਰ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਲਦ ਤੋਂ ਜਲਦ ਉਸ ਦੇ ਨਾਲ ਨਜਿੱਠਿਆ ਜਾ ਸਕੇ। ਤਾਂ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਵੱਡਾ ਇਕੱਠ ਹੈ। ਔਰਤਾਂ, ਬਜ਼ੁਰਗ, ਬੱਚੇ, ਹਰ ਇੱਕ ਇਸ ਚੱਕੇ ਜਾਮ ਦੇ ਵਿੱਚ ਸ਼ਾਮਿਲ ਹੈ। ਹਰ ਇੱਕ ਦੇ ਵੱਲੋਂ ਇਸ ਨੂੰ ਸਮਰਥਨ ਦਿੱਤਾ ਗਿਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ, ਬਜ਼ੁਰਗ ਤੇ ਔਰਤਾਂ, ਮਹਿਲਾਵਾਂ ਵੱਡੀ ਗਿਣਤੀ ਦੇ ਵਿੱਚ ਇਸ ਚੱਕੇ ਜਾਮ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਜਿਹੜਾ ਰੋਡ ਹੈ, ਜਿਹੜਾ ਨੈਸ਼ਨਲ ਹਾਈਵੇ ਆ, ਉਸ ਨੂੰ ਬੰਦ ਕੀਤਾ ਗਿਆ, ਕਿਉਂਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਦੀ ਜਿਹੜਾ ਭਾਰਤ ਬੰਦ ਦੇ ਚੱਕਾ ਜਾਮ ਦੀ ਕਾਲ ਸੀ ਉਸ ਨੂੰ ਲੈ ਕੇ ਕਿਸਾਨ ਸਾਰੇ ਹੀ ਸੜਕਾਂ ਦੇ ਉੱਪਰ ਉਤਰ ਆਏ ਨੇ। ਔਰ ਜਿੰਨੇ ਵੀ ਸਟੇਟ ਤੇ ਨੈਸ਼ਨਲ ਹਾਈਵੇ ਨੇ ਸਾਰੇ ਹੀ ਬੰਦ ਕੀਤੇ ਹੋਏ ਨੇ। ਮੁਕੰਮਲ ਬ੍ਰੇਕ ਲੱਗ ਗਈ ਹੈ। ਗੱਡੀਆਂ ਤੇ ਵਾਹਨਾਂ ਦੀ ਰਫ਼ਤਾਰ ਹੈ ਜਿਹੜੀ ਉਹ ਬਿਲਕੁਲ ਰੁਕ ਚੁੱਕੀ ਹੈ। ਔਰ ਜਿਹੜੇ ਲੋਕਾਂ ਨੂੰ ਇਸ ਬੰਦ ਦੇ ਬਾਰੇ ਨਹੀਂ ਪਤਾ ਸੀ ਉਹ ਹੁਣ ਕਿਤੇ ਨਾ ਕਿਤੇ ਪਰੇਸ਼ਾਨੀ ਦੇ ਵਿੱਚ ਵੀ ਨਜ਼ਰ ਆ ਰਹੇ ਨੇ। ਪਰ ਐਮਰਜੈਂਸੀ ਸੇਵਾਵਾਂ ਉਸੇ ਤਰੀਕੇ ਦੇ ਨਾਲ ਬਹਾਲ ਨੇ, ਉਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਵੀ ਰੋਕ ਨਹੀਂ ਲਗਾਏਗੀ। ਜੇਕਰ ਦੂਸਰੇ ਪਾਸੇ ਸਰਕਾਰ ਦੀ ਗੱਲ ਕਰੀਏ, ਕਿਉਂਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੇੜਕਾ ਚੱਲ ਰਿਹਾ, ਉਸੇ ਕਰਕੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਪਰ ਬੀਤੇ ਦਿਨ ਵੀ ਔਰ ਅੱਜ ਵੀ ਨਿਊਜ਼ 18 ਪੰਜਾਬ ਦੇ ਉੱਪਰ ਵੀ ਬੀਜੇਪੀ ਦੇ ਆਗੂਆਂ ਨੇ ਗੱਲਬਾਤ ਕੀਤੀ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਸਰਕਾਰ ਦੇ ਵੱਲੋਂ ਸਾਰੇ ਵਿਕਲਪ ਖੁੱਲੇ ਨੇ, ਸਰਕਾਰ ਗੱਲਬਾਤ ਦੇ ਰਾਜ਼ੀ ਆ, ਪਰ ਕਿਸਾਨ ਕੋਈ ਹੁਣ ਇਸ ਵਾਰ ਪਹਿਲ ਕਰਨ, ਕਿਸਾਨ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਸ਼ੰਭੂ ਬਾਰਡਰ ਦਾ, ਜਿੱਥੇ ਮੇਰੇ ਸਹਿਯੋਗੀ ਮਨੋਜ ਰਾਠੀ ਲਗਾਤਾਰ ਜੁੜੇ ਹੋਏ ਨੇ ਗਰਾਊਂਡ ਜ਼ੀਰੋ ਤੋਂ। ਮਨੋਜ, ਤਾਂ ਦੇਖ ਰਹੇ ਹਾਂ ਕਿ ਸ਼ਹਿਰ ਜ਼ਿਲ੍ਹੇ ਹਰ ਇੱਕ ਪਾਸੇ ਹੁਣ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ। ਜੇਕਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਹਰਿਆਣਾ ਤੇ ਪੰਜਾਬ ਦੀ ਗੱਲ ਕਰੀਏ ਤਾਂ ਅਹਿਮ ਸੈਂਟਰ ਦੇ ਵਿੱਚ ਪੈ ਜਾਂਦਾ ਹੈ, ਬਾਰਡਰ ਦੇ ਉੱਪਰ ਪੈਂਦਾ ਸ਼ੰਭੂ ਬਾਰਡਰ ਹੈ। ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ?
ਦੇਖੋ ਪੁੱਲਰ ਜੇ ਆਪਾਂ ਗੱਲ ਕਰੀਏ ਸ਼ੰਭੂ ਬੈਰੀਅਰ ਦੀ ਆਪਾਂ ਗੱਲ ਕਰ ਰਹੇ ਹਾਂ, ਕਨੈਕਟੀਵਿਟੀ ਜਿਹੜੀ ਹੈ ਪੰਜਾਬ ਤੇ ਹਰਿਆਣਾ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਇੱਥੇ ਇੰਪੋਰਟੈਂਟ ਜਿਹੜਾ ਪੁਆਇੰਟ ਹੋ ਜਾਂਦਾ। ਲੇਕਿਨ ਦੂਜੇ ਪਾਸੇ 3-4 ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਸਿੰਘੂ ਬਾਰਡਰ ਤੇ, ਉੱਥੇ ਜਿਹੜੇ ਮੇਨ ਆਗੂ ਨੇ ਉਹਨਾਂ ਦੇ ਸਾਫ਼ ਤੌਰ ਤੇ ਕਹਿਤਾ ਸੀਗਾ ਕਿ 6 ਤਾਰੀਖ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡਾ ਚੱਕਾ ਜਾਮ ਹੈ, ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼। ਤੁਸੀਂ ਗੱਲ ਕੀ ਸੁਰੱਖਿਆ ਦੇ ਮੱਦੇਨਜ਼ਰ ਇੱਥੇ ਜਿਹੜੀ ਵੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਿਲਕੁਲ ਪੀਸਫੁਲ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵਾਇਓਲੇਸ਼ਨ ਜਿਹੜਾ ਹੈ ਉਹ ਨਹੀਂ ਕੀਤਾ ਜਾ ਰਿਹਾ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਨੂੰ ਦਿਖਾਈਏ, ਕਿਉਂਕਿ ਸਭ ਤੋਂ ਵੱਧ ਜਿਹੜਾ ਇਕੱਠ ਹੈ ਉਹ ਸ਼ੰਭੂ ਬੈਰੀਅਰ ਤੇ ਦੇਖਣ ਨੂੰ ਮਿਲ ਰਿਹਾ। ਲੇਕਿਨ ਦੂਜੇ ਪਾਸੇ ਸਾਡੇ ਜਿਹੜੇ ਪੁਲਿਸ ਆਫੀਸਰ ਨਾਲ ਵੀ ਗੱਲਬਾਤ ਹੋਈ ਹੈ, ਜਿਹੜੇ ਇੱਥੇ ਦੇ ਆਲ ਆਫੀਸਰਸ ਨੇ, ਐਸਐਸਪੀ ਨੇ, ਐਸਪੀ ਨੇ, ਉਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਤੇ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਾਇਲੈਂਸ ਦੀ ਹਜੇ ਤੱਕ ਕੋਈ ਖਬਰ ਨਹੀਂ ਹੈ। ਯਾਨੀ ਕਿ ਜਿਹੜੀ ਵੀ ਗੱਲ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਆਗੂ ਵੱਲੋਂ, ਕਿ ਬਈ ਅਸੀਂ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਨਾ ਹੈ, ਚੱਕਾ ਜਾਮ ਜਿਹੜਾ ਹੈ, ਜਿਹੜੇ ਵੀ ਐਕਸ਼ਨ ਪਲਾਨ ਜਿਹੜਾ ਹੈ ਉਹ ਤਿਆਰ ਕੀਤਾ ਸੀਗਾ, ਉਹ ਹਾਲਾਂਕਿ ਵੱਡਾ ਅਸਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਆਪਾਂ ਗੱਲ ਕਰੀਏ ਤੇ ਹਰਿਆਣਾ ਦੀ ਅਸੀਂ ਗੱਲ ਕਰੀਏ, ਵੱਡਾ ਜਿਹੜਾ ਅਸਰ ਹੈ ਚੱਕੇ ਜਾਮ ਦਾ ਉਹ ਵੇਖਣ ਨੂੰ ਮਿਲ ਰਿਹਾ। ਲੰਬੀ ਕਤਾਰਾਂ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਇਹ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਰੋਡਵੇਜ਼ ਦੀ ਜਿਹੜੀ ਬੱਸਾਂ ਹੈ, ਹਾਲਾਂਕਿ ਪਹਿਲਾਂ ਹੀ 3 ਦਿਨ ਪਹਿਲਾਂ ਜਿਹੜਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਚੱਕਾ ਜਾਮ ਜਿਹੜਾ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ, ਲੇਕਿਨ ਰੋਡਵੇਜ਼ ਦੀ ਬੱਸਿਸ ਜਿਹੜੀ ਹੈਗੀ ਉਹ ਉਸ ਤੋਂ ਬਾਵਜੂਦ ਜਿਹੜੀ ਹੈਗੀ ਉਹ ਇੱਥੇ ਕਤਾਰਾਂ 'ਚ ਦਿਖਾਈ ਦੀ। ਇਹਦਾ ਮਤਲਬ ਇਹੀ ਹੈ ਕਿ ਉਹਨਾਂ ਨੇ ਚੱਕਾ ਜਾਮ ਦੀ ਕੋਈ ਪਰਵਾਹ ਨਹੀਂ ਕੀਤੀ, ਜਿਹਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਿਹੜੀ ਹੈ ਉਹ ਚੱਕਣੀ ਪਈ। ਹਾਲਾਂਕਿ ਦੂਜੇ ਪਾਸੇ ਕਿਸਾਨ ਆਗੂਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਪੂਰੇ ਪੀਸਫੁਲ ਤਰੀਕੇ ਨਾਲ ਜਿਹੜਾ ਇਹ ਪ੍ਰੋਟੈਸਟ ਹੈ, ਜਿਹੜਾ ਐਜੀਟੇਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਹਾਲਾਂਕਿ ਸਿੰਘੂ ਬਾਰਡਰ ਦੀ ਆਪਾਂ ਗੱਲ ਕਰੀਏ, ਸਿੰਘੂ ਬਾਰਡਰ ਤੇ ਜਿਹੜੀ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿੱਤਾ ਗਿਆ ਸੀ, ਅਸੀਂ ਪੂਰਾ ਲਗਾਤਾਰ ਗਰਾਊਂਡ ਜ਼ੀਰੋ ਤੇ ਨਿਊਜ਼ 18 ਲਗਾਤਾਰ ਗਰਾਊਂਡ ਜ਼ੀਰੋ ਤੇ ਸਾਡੇ ਜਿਹੜੇ ਕੋਲੀਗਸ ਨੇ, ਜਿਹੜੇ ਸਾਥੀ ਨੇ, ਉਹ ਲਗਾਤਾਰ ਜਾਰੀ ਹੈ। ਉਸ ਦਿਨ ਵੀ ਇਹੀ ਗੱਲ ਹੋਈ ਸੀ, ਬਲਵੀਰ ਸਿੰਘ ਰਾਜੇਵਾਲ ਨਾਲ ਸਾਡੀ ਗੱਲਬਾਤ ਹੋਈ ਸੀ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਸਿੰਘੂ ਬਾਰਡਰ ਤੇ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈ, ਇੰਟਰਨੈਟ ਜਿਹੜੀ ਸੇਵਾਵਾਂ ਨੇ, ਹੋਰ ਜਿਹੜਾ ਪਾਣੀ ਜਿਹੜਾ ਹੈ ਉਹ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਫੋਰਸ ਹੈ ਉਹ ਫੋਰਸਫੁਲੀ ਉੱਥੇ ਬੈਰੀਕੇਟਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਉੱਥੇ 2 ਸਟੇਜ ਨੇ, ਇੱਕ ਪੰਧੇਰ ਦਾ ਤੇ ਦੂਜਾ ਜਿਹੜਾ ਸਟੇਜ ਹੈ। ਹੁਣ ਬੀਚ ਦੀ ਜਿਹੜੀ ਬੈਰੀਕੇਟਿੰਗ ਕਰਨ ਤੋਂ ਬਾਅਦ ਹੁਣ ਪੁਲਿਸ ਫੋਰਸਲੀ ਉਹਨਾਂ ਨੂੰ ਉੱਥੋਂ ਚੱਕਣਾ ਚਾਹੁੰਦੀ ਸੀ, ਲੇਕਿਨ ਇਸ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਉਸ ਕਰਕੇ ਜਿਹੜੀ ਐਕਸ਼ਨ ਪਲਾਨ ਹੈ ਉਹ ਤਿਆਰ ਕੀਤਾ ਸੀਗਾ ਅੱਜ ਦਾ, ਜਿਹੜਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਚੱਕਾ ਜਾਮ ਹੈ। ਤੇ ਅਸੀਂ ਕਹਿ ਸਕਦੇ ਕਿ ਪੰਜਾਬ ਦੀ ਆਪਾਂ ਗੱਲ ਕਰੀਏ, ਸ਼ੰਭੂ ਬੈਰੀਅਰ ਤੇ ਅਸੀਂ ਖੜੇ ਹਾਂ, ਲੇਕਿਨ ਦੂਜੇ ਪਾਸੇ ਜਿਹੜੇ ਸਾਡੇ ਸਹਿਯੋਗੀ ਨੇ ਹੋਰ ਥਾਂ ਤੇ ਜਿਹੜੇ ਟੋਲ ਪਲਾਜ਼ਾ ਤੇ ਅਜ਼ੀਜ਼ਪੁਰ ਵੀ ਅਸੀਂ ਕਵਰ ਕੀਤਾ, ਲਾਂਡਰਾ ਰੋਡ ਤੇ ਅਸੀਂ ਸਾਡਾ ਜਿਹੜੇ ਰਿਪੋਰਟਰਸ ਨੇ, ਬਠਿੰਡਾ, ਅੰਮ੍ਰਿਤਸਰ, ਸਾਰੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਪੀਸਫੁਲ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੀ ਜਿਹੜੇ ਇਹ ਪ੍ਰੋਟੈਸਟ ਹੈ, ਜਿਹੜਾ ਚੱਕਾ ਜਾਮ ਹੈ ਉਹ ਕੀਤਾ ਜਾ ਰਿਹਾ ਹੈ। ਲੇਕਿਨ ਹੁਣ ਜਿਹੜਾ ਦਿੱਲੀ 'ਚ ਮੀਟਿੰਗ ਦਾ ਦੌਰ ਜਾਰੀ ਹੈ, ਜਿਹੜੇ ਕਿਸਾਨ ਜਥੇਬੰਦੀ ਹੈ ਉਹਨਾਂ ਦੀ ਮੀਟਿੰਗ ਜਿਹੜੀ ਚੱਲ ਰਹੀ ਹੈ, ਹੁਣ ਨੈਕਸਟ ਜਿਹੜਾ ਐਕਸ਼ਨ ਪਲਾਨ ਹੈ ਉਹ ਹੁਣ ਤਿਆਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹਨਾਂ ਨੂੰ ਤੰਗ ਕਰਨਾ ਬੰਦ ਕਰੇ। ਜਿਸ ਤਰ੍ਹਾਂ ਦੀ ਇੰਟਰਨੈਟ ਸੇਵਾਵਾਂ ਜਿਹੜੀ ਬੰਦ ਕੀਤੀ ਹੈ, ਕੱਲ ਵੀ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਪਟੀਸ਼ਨ ਪਾਈ ਗਈ ਹੈ ਵਕੀਲਾਂ ਵੱਲੋਂ ਕਿ ਇਹ ਜਿਹੜਾ ਰਿਵਿਊ ਕਰਨ ਦਾ, ਕਿਉਂਕਿ ਟੈਂਪਰੇਰੀ ਇੰਟਰਨੈਟ ਸੇਵਾਵਾਂ ਬੰਦ ਕਰਨ ਦੀ ਗੱਲ ਕੀਤੀ ਗਈ ਸੀ, ਲੇਕਿਨ ਹਫ਼ਤੇ ਤੋਂ ਵੀ ਵੱਧ ਜਿਹੜਾ ਹੈ ਸਮਾਂ ਹੋ ਚੱਲਿਆ ਹੈ, ਅਜੇ ਤੱਕ ਇੰਟਰਨੈਟ ਸੇਵਾਵਾਂ ਜਿਹੜੀਆਂ ਉਹ ਬਹਾਲ ਨਹੀਂ ਕੀਤੀ ਗਈ। ਹਾਲਾਂਕਿ ਜਿਹੜਾ ਲਾਅ ਕਹਿੰਦਾ ਹੈ ਕਿ ਹਫ਼ਤੇ ਬਾਅਦ, ਯਾਨੀ ਕਿ ਹਫ਼ਤੇ ਬਾਅਦ ਜਿਹੜਾ ਰਿਵਿਊ ਬਹੁਤ ਜ਼ਰੂਰੀ ਹੈ ਕਰਨਾ। ਹਾਲਾਂਕਿ ਹੁਣ ਸੋਮਵਾਰ ਨੂੰ ਇਹਦੀ ਸੁਣਵਾਈ ਹੋਣੀ ਹੈ ਤੇ ਹੋ ਸਕਦਾ ਹੈ ਕਿ ਸੋਮਵਾਰ ਨੂੰ ਇਹ ਜਿਹੜੇ ਇੰਟਰਨੈਟ ਸੇਵਾਵਾਂ ਹੈ ਉਹ ਬਹਾਲ ਹੋ ਸਕਦੀ ਹੈ। ਲੇਕਿਨ ਦੂਜੇ ਪਾਸੇ ਅਸੀਂ ਗੱਲ ਕਰੀਏ, ਲਗਾਤਾਰ ਜਿਹੜਾ ਮੀਟਿੰਗਸ ਦਾ ਦੌਰ ਜਾਰੀ ਹੈ ਤੇ ਹੁਣ ਜਿਹੜਾ ਚੱਕਾ ਜਾਮ ਅੱਜ ਦਾ ਜਿਹੜਾ ਐਕਸ਼ਨ ਪਲਾਨ ਹੈ, ਅੱਜ ਦਾ ਜਿਹੜਾ ਐਕਸ਼ਨ ਪਲਾਨ ਕੀਤਾ ਗਿਆ ਸੀਗਾ 12 ਵਜੇ ਤੋਂ ਲੈ ਕੇ 3 ਵਜੇ ਤੱਕ, ਉਹ ਪੂਰਾ ਸਕਸੈਸ ਹੋਇਆ ਹੈ। ਪੂਰੇ ਪੰਜਾਬ ਦੀ ਆਪਾਂ ਗੱਲ ਕਰੀਏ, ਪੂਰੇ ਹਰਿਆਣਾ ਦੀ ਆਪਾਂ ਗੱਲ ਕਰੀਏ ਤੇ ਹੁਣ ਨੈਕਸਟ ਜਿਹੜਾ ਐਕਸ਼ਨ ਪਲਾਨ ਹੈ, ਅੱਜ ਵੀ ਮੀਟਿੰਗ ਹੋਣ ਵਾਲੀ ਹੈ, ਕੱਲ ਵੀ ਮੀਟਿੰਗ ਜਿਹੜੀ ਹੈ, ਲਗਾਤਾਰ ਮੀਟਿੰਗ ਦਾ ਜਿਹੜਾ ਦੌਰ ਹੈ ਉਹ ਜਾਰੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਨੈਕਸਟ ਜਿਹੜੀ ਐਕਸ਼ਨ ਪਲਾਨ ਹੈ, ਜਿਹੜੇ ਵੀ ਕਿਸਾਨ ਆਗੂ ਜਿਹੜੇ ਬੈਠੇ ਨੇ, ਲਗਾਤਾਰ ਜਿਹੜਾ ਮੀਟਿੰਗ ਚੱਲ ਰਹੀ ਹੈ, ਹੁਣ ਇਹਦੇ ਵਿੱਚ ਹੋਰ ਨੈਕਸਟ ਐਕਸ਼ਨ ਪਲਾਨ ਜਿਹੜਾ ਹੈ ਉਹ ਕੀ ਹੋਣ ਵਾਲਾ ਹੈ। ਬੁੱਲਰ ਬਿਲਕੁਲ ਮਨੋਜ, ਤਾਂ ਨਜ਼ਰਾਂ ਅੱਗੇ ਬਣੀਆਂ ਹੋਈਆਂ ਨੇ, ਅੱਗੇ ਕੀ ਹੋਏਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਰੇੜਕਾ ਬਣਿਆ ਹੋਇਆ ਔਰ ਕਿਸਾਨ ਵੀ ਦਿੱਲੀ ਦੇ ਬਾਰਡਰਾਂ ਦੇ ਉੱਪਰ 72 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਤਾਂ ਸਭ ਦੀਆਂ ਨਜ਼ਰਾਂ ਇਸ ਦੇ ਉੱਪਰ ਹੀ ਨੇ। ਫਿਲਹਾਲ ਦੇ ਲਈ ਬਹੁਤ ਧੰਨਵਾਦ। ਤਾਂ ਲਗਾਤਾਰ ਤੁਹਾਨੂੰ ਅਸੀਂ ਗਰਾਊਂਡ ਜ਼ੀਰੋ ਤੋਂ ਕਵਰੇਜ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਕਿਸ ਸ਼ਹਿਰ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ, ਔਰ ਖਾਸ ਤੌਰ ਦੇ ਉੱਪਰ ਪੰਜਾਬ ਦੇ ਵਿੱਚ ਚੱਪੇ ਤਸਵੀਰਾਂ ਤੁਹਾਨੂੰ 9 ਸ਼ਹਿਰਾਂ ਦੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ। ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ, ਅੰਮ੍ਰਿਤਸਰ ਦੇ ਵਿੱਚ ਵੀ ਮਹਿਲਾਵਾਂ ਵੀ ਇਸ ਚੱਕੇ ਜਾਮ ਦੇ ਵਿੱਚ ਸ਼ਾਮਲ ਨੇ। ਬਠਿੰਡਾ ਦੀ ਗੱਲ ਕੀਤੀ ਜਾਵੇ, ਬਠਿੰਡਾ ਦੇ ਵਿੱਚ ਵੀ ਲਗਾਤਾਰ ਕਿਸਾਨ ਡਟੇ ਹੋਏ ਨੇ ਚੱਕਾ ਜਾਮ ਦੇ ਵਿੱਚ। ਪਟਿਆਲਾ, ਸ਼ੰਭੂ ਬਾਰਡਰ, ਜਲੰਧਰ, ਖੰਨਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਦਿੱਲੀ ਲੁਧਿਆਣਾ ਜਿਹੜਾ ਹਾਈਵੇ ਉਸ ਨੂੰ ਬਲੌਕ ਕੀਤਾ ਹੋਇਆ ਕਿਸਾਨਾਂ ਨੇ। ਮੋਗਾ ਦੇ ਵਿੱਚ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਵੱਡੀ ਗਿਣਤੀ ਦੇ ਵਿੱਚ ਟੋਲ ਪਲਾਜ਼ੇ ਦੇ ਉੱਪਰ ਬੈਰੀਕੇਡਿੰਗ ਕੀਤੀ ਹੋਈ ਹੈ ਕਿਸਾਨਾਂ ਦੇ ਵੱਲੋਂ। ਤਾਂ ਸੰਗਰੂਰ ਦੇ ਵਿੱਚ ਵੀ ਜਿਹੜਾ ਇਸੇ ਤਰੀਕੇ ਦਾ ਅਸਰ ਮਿਲ ਰਿਹਾ ਪੰਜਾਬ ਭਰ ਦੇ ਵਿੱਚ। ਜੇਕਰ ਆਪਾਂ ਰਫ਼ਤਾਰ ਦੀ ਗੱਲ ਕਰੀਏ ਵਾਹਨਾਂ ਦੀ, ਤਾਂ ਉਸ ਦੇ ਉੱਪਰ ਬ੍ਰੇਕਾਂ ਲੱਗੀਆਂ ਜ਼ਰੂਰ ਨੇ, ਅਸਰ ਦਿਖ ਰਿਹਾ ਜ਼ਰੂਰ ਇਸ ਚੱਕਾ ਜਾਮ ਦਾ। ਔਰ ਸ਼ਾਂਤਮਈ ਢੰਗ ਦੇ ਨਾਲ, ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਵਾਅਦਾ ਕੀਤਾ ਸੀ, ਸ਼ਾਂਤਮਈ ਢੰਗ ਦੇ ਨਾਲ ਇਹ ਚੱਕਾ ਜਾਮ
ਜਿਹੜਾ ਹੈ ਉਹ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ। ਪਰ ਐਮਰਜੈਂਸੀ ਸੇਵਾਵਾਂ ਉਸੇ ਤਰੀਕੇ ਦੇ ਨਾਲ ਬਹਾਲ ਨੇ। ਜਿੱਥੇ ਜਿੱਥੇ ਵੀ ਐਂਬੂਲੈਂਸ ਆਈ ਉਸ ਨੂੰ ਜਲਦ ਫੌਰਨ ਉਸੇ ਵੇਲੇ ਹੀ ਰਸਤਾ ਦਿੱਤਾ ਗਿਆ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਇਸ ਮਸਲੇ ਦਾ ਹੱਲ ਨਿਕਲੇਗਾ, ਜਿਸ ਦੇ ਲਈ ਕਿਸਾਨ ਸੜਕਾਂ ਦੇ ਉੱਪਰ ਹੈ। ਤਾਂ ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਵੀ ਹੁਣ ਦੁਬਾਰਾ ਫਿਰ ਤੋਂ ਇੱਕ ਪਹਿਲ ਕੀਤੀ ਗਈ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਕਿਸਾਨ ਚਾਹਣ ਉਹ ਗੱਲਬਾਤ ਕਰਨ ਲਈ ਤਿਆਰ ਨੇ, ਪਰ ਕਿਸਾਨ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਆਉਣ। ਕਾਨੂੰਨ ਜਿਹੜੇ ਖੇਤੀ ਕਾਨੂੰਨ ਨੇ ਉਹ ਕਿਸੇ ਵੀ ਹਾਲ ਦੇ ਵਿੱਚ ਰੱਦ ਨਹੀਂ ਹੋਣਗੇ, ਪਰ ਜਿਸ ਤਰੀਕੇ ਦੀ ਵੀ ਅਮੈਂਡਮੈਂਟ ਕਿਸਾਨ ਕਰਵਾਉਣੀ ਚਾਹੁੰਦੇ ਨੇ ਉਸ ਦੇ ਲਈ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ। ਪਰ ਇਸ ਵਾਰ ਜਿਹੜਾ ਪ੍ਰਪੋਜ਼ਲ ਹੈ ਉਹ ਕਿਸਾਨਾਂ ਨੂੰ ਭੇਜਣਾ ਪਵੇਗਾ। ਬਕਾਇਦਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਬੀਤੇ ਦਿਨ ਰਾਜ ਸਭਾ ਦੇ ਵਿੱਚ ਸੰਬੋਧਨ ਦੌਰਾਨ ਕਿਹਾ ਸੀ ਕਿ ਸਰਕਾਰ ਅੱਜ ਵੀ ਗੱਲਬਾਤ ਦੇ ਲਈ ਤਿਆਰ ਹੈ, ਪਰ ਕਿਸਾਨ ਕੋਈ ਨਵਾਂ ਪ੍ਰਪੋਜ਼ਲ ਲੈ ਕੇ ਆਉਣ ਜਿਸ ਦੇ ਚੱਲਦੇ ਇਸ ਰੇੜਕੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ। ਪਰ ਅਹਿਮ ਗੱਲ ਅੱਜ ਇਹੀ ਹੈ ਕਿ ਕਿਸਾਨਾਂ ਦਾ ਦੇਸ਼ ਵਿਆਪੀ ਚੱਕਾ ਜਾਮ ਔਰ ਉਸ ਦਾ ਅਸਰ ਵੀ ਕਿਤੇ ਨਾ ਕਿਤੇ ਸਾਫ਼ ਨਜ਼ਰ ਆ ਰਿਹਾ ਹੈ। ਤਾਂ ਲਗਾਤਾਰ ਤੁਹਾਨੂੰ ਅਸੀਂ ਪਲ ਪਲ ਦੀ ਅਪਡੇਟ ਦੇ ਰਹੇ ਹਾਂ। ਪੰਜਾਬ ਦੇ ਵਿੱਚ ਅਸਰ ਦਿਖ ਰਿਹਾ, ਹਰਿਆਣਾ ਦੇ ਵਿੱਚ ਗੱਲ ਕੀਤੀ ਜਾਵੇ ਗੁੜਗਾਉਂ ਜਾਂ ਫਿਰ ਹੋਰ ਸ਼ਹਿਰਾਂ ਦੇ, ਉੱਥੇ ਕਿਸ ਤਰੀਕੇ ਦੇ ਹਾਲਾਤ ਨੇ ਸਾਡੇ ਸਹਿਯੋਗੀਆਂ ਨੇ ਜਾਇਜ਼ਾ ਲਿਆ, ਉਹ ਵੀ ਤੁਹਾਨੂੰ दिखाने। संयुक्त किसान मोर्चा के आह्वान पर आज चक्का जाम जो है वो बुलाया गया है और इसी संदर्भ में गुरुग्राम के किसान भी चक्का जाम जो है वो करने के लिए निकले हैं। और इस वक्त गुरुग्राम का जो बजघेड़ा चौक है यहाँ पर किसान आकर बैठ गए हैं और इन्होंने यहाँ पर रास्ते को जाम करने की कोशिश की गई है। कल किसानों ने कहा था कि गुरुग्राम की जो दो जगह हैं, एक बसई फ्लाईओवर और दूसरा बजघेड़ा जो फ्लाईओवर है वहाँ पर चक्का जाम किया जाएगा, लेकिन प्रशासन की तरफ से साफ कहा गया है कि सिर्फ एक रास्ते को ही वो जाम कर सकते हैं। और इसीलिए अब जो किसान है वो बजघेड़ा जो चौक है इस यहाँ पर पहुँचे हैं और यहाँ पर इस रास्ते को जाम किया गया है। जो किसान है वो लगातार 3 कृषि कानून जो है उनका विरोध कर रहे हैं और इसी संदर्भ में लगातार गुरुग्राम के किसान भी किसानों के समर्थन में सांकेतिक धरना जो है लगातार पिछले कई दिनों से कर रहे हैं। और आज जब चक्का जाम की घोषणा की गई तो उसके बाद गुरुग्राम पुलिस ने साफ कहा कि कोई भी किसान हाईवे के ऊपर नहीं जाएगा, लेकिन यहाँ पर जो रूट दिया गया था इस रास्ते को वो जाम कर सकते हैं। और इसीलिए किसान यहाँ पहुँचे हैं, लेकिन पहले से गुरुग्राम पुलिस ने भी जो रूट है उसको डाइवर्ट कर दिया, ट्रैफिक को डाइवर्ट कर दिया, ताकि जो लोग हैं वो कम से कम जाम में ना फंसें और उन्हें ज़्यादा दिक्कत ना हो। इसीलिए रास्ते को भी डाइवर्ट किया गया है। लेकिन किसान जो है वो बजघेड़ा फाटक के ऊपर आ चुके हैं और 12 से 3 का जो समय दिया गया है उसी के हिसाब से उन्होंने यहाँ पर अपना धरना प्रदर्शन शुरू कर दिया है। धर्मवीर शर्मा, न्यूज़ 18, गुरुग्राम। किसानों के आह्वान के अनुसार किसानों ने केएमपी को जाम कर दिया है। आप देख सकते हैं कि केएमपी पर का जो किसान है वो पहुंच चुके हैं और बड़ी तादाद में किसान इकट्ठा होना शुरू हो चुके हैं। जिसके बाद आप देखिए ट्रैक्टरों की एक लाइन है और दूसरी तरफ मैं चाहूंगा नज़ारा दिखाना, उस तरफ भी जो किसान है वो बैठे हुए हैं और शांतिपूर्ण ढंग से किसान बैठे हुए हैं। कोई भी यहाँ पर आज किसानों के द्वारा उपद्रव नहीं है। किसान सिर्फ शांतिपूर्ण ढंग से अब जो चक्का जाम की बात कही गई थी उसी तरह चक्का जाम कर रहे हैं। आप देखिए कि किस तरह ट्रैक्टर, उसके बाद ट्रैक्टरों पर ही किसान बैठे हुए हैं और किसान शांतिपूर्ण ढंग से केएमपी के ऊपर बैठे हैं और दूसरी तरफ जो किसान खड़े हुए हैं और उसके साथ साथ ट्रैक्टरों की लाइन है, दूसरी तरफ भी ट्रैक्टरों की लाइन लगा दी गई है। किसानों का यही कहना था कि सरकार उनकी बात को नहीं सुन रही है और आज 3 घंटे का चक्का जाम रहेगा, जिसके तहत किसानों ने केएमपी को जाम कर दिया है। वहीं किसानों का कहना वही है कि जब तक तीनों कृषि कानून रद्द नहीं होंगे, इसी तरह जिस तरह की रणनीति तैयार होती रहेंगी वो अपने आंदोलन को आगे बढ़ाते रहेंगे। सोनीपत से नितिन, न्यूज़ 18।